ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਭਰਾਦੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਪ੍ਰਕਾਸ਼ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 1 ਵੈਸਾਖ, ਜਦੋਂ ਅਸੀਂ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਕੂਲਾਂ ਵਿੱਚ ਵੀ ਆਮ ਹੀ ਜ਼ਿਕਰ ਆਉਂਦਾ ਸੀ। 15 ਅਪ੍ਰੈਲ 1469। ਵੱਖਰੀ ਗੱਲ ਹੈ ਕਿ ਵਿਪਰ ਦੇ ਪ੍ਰਭਾਵ ਹੇਠ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ, ਜੋ ਸਰਦਾਰ ਪਾਲ ਸਿੰਘ ਪੁਰੇਵਾਲ ਕੈਨੇਡਾ ਨਿਵਾਸੀ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹ ਕੈਲੰਡਰ ਤਿਆਰ ਕੀਤਾ, ਅਸੀਂ ਉੱਧਰ ਧਿਆਨ ਦੇਣ ਦਾ ਯਤਨ ਨਹੀਂ ਕੀਤਾ। ਭਾਵੇਂ ਕਿ ਉਹ ਕੈਲੰਡਰ 2003 ਤੋਂ ਲੈ ਕੇ 2009 ਤੱਕ ਲਗਾਤਾਰ ਅਕਾਲ ਤਖਤ ਤੋਂ ਲਾਗੂ ਰਿਹਾ, ਪਰ ਸੰਪਰਦਾਇ ਡੇਰੇਦਾਰਾਂ ਨੇ ਉਸ ਕੈਲੰਡਰ ਨੂੰ ਮੰਨਣ ਤੋਂ ਹਮੇਸ਼ਾ ਹੀ ਨਾ ਕੀਤੀ। ਪਰ ਅੱਜ ਵੀ ਪੰਥ ਦਰਦੀ ਜੋ ਕੌਮ ਦਾ ਦਰਦ ਰੱਖਦੇ ਨੇ, ਜਾਂ ਜਿਹੜੇ ਵਿਪਰਵਾਦ ਦਾ ਜੂੜਾ ਆਪਣੇ ਗਲੋਂ ਲਾਉਣਾ ਚਾਹੁੰਦੇ ਨੇ, ਅੱਜ ਵੀ ਉਹ ਭਾਵੇਂ ਦੇਸ਼ ਹੋਵੇ, ਭਾਵੇਂ ਵਿਦੇਸ਼ ਹੋਵੇ, ਭਾਵੇਂ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਹੋਣ, ਉਹ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ, ਜੋਤੀ ਜੋਤ ਸਮਾਉਣ ਦੇ ਦਿਵਸ, ਸ਼ਹੀਦੀ ਦਿਹਾੜੇ ਉਸ ਕੈਲੰਡਰ ਅਨੁਸਾਰ ਹੀ ਮਨਾ ਰਹੇ ਹਨ। ਤੋ ਖੈਰ, ਆਪਾਂ ਗੱਲ ਕਰ ਰਹੇ ਸੀ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਜਿਨ੍ਹਾਂ ਨੇ ਲੰਬਾ ਟਾਈਮ ਸਮਾਜ ਨੂੰ ਜਗਾਉਣ ਵਿੱਚ ਜਿਹੜੀ ਆਪਣੀ ਦਿਨ ਰਾਤ ਦੀ ਘਾਲਣਾ ਕੀਤੀ, ਅਤੇ ਇੱਕ ਨਿਰਮਲ ਪੰਥ ਜਿਹੜਾ ਸੀ, ਜਿਹਦੇ ਬਾਰੇ ਸਤਿਕਾਰਯੋਗ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਲਿਖਿਆ ਹੈ, ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹਦਾ ਮਤਲਬ ਸੀ ਉਹ ਰਾਹ ਜਿਹੜਾ ਮੈਲ ਤੋਂ ਰਹਿਤ, ਉਹ ਰਸਤਾ ਜਿਹੜਾ ਸਾਨੂੰ ਸੱਚਾਈ ਦੇ ਬਹੁਤ ਨੇੜੇ ਕਰਦਾ ਸੀ, ਜਾਂ ਇੰਝ ਕਹਿ ਲਈਏ ਜਿਹੜਾ ਸਾਨੂੰ ਅੰਦਰੋਂ ਬਾਹਰੋਂ ਜਿਉਂ ਨਿਰਮਲ, ਬਾਹਰੋਂ ਨਿਰਮਲ ਜਿਹੜਾ ਸੀ ਕਰਨ ਵਿੱਚ ਸਾਡੀ ਮਦਦ ਕਰਦਾ ਸੀ। ਉਹ ਰਸਤਾ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਾਨੂੰ ਵਿਖਾਇਆ। ਅੱਜ 8 ਅੱਸੂ 22 ਸਤੰਬਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖ ਧਰਮ ਜਗਤ ਦੇ ਬਾਨੀ, ਉਹ ਅੱਜ ਦੇ ਦਿਨ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ, ਜੋ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਹੈ, ਇੱਕ ਕਰਤਾਰਪੁਰ ਜਲੰਧਰ ਲਾਗੇ ਹੈ, ਜੋ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਵਸਾਇਆ ਸੀ। ਕਿਉਂਕਿ ਇਹ ਵੀ ਕਈ ਵਾਰੀ ਸਰੋਤੇ ਪੁੱਛਦੇ ਨੇ, ਪਰ ਜਿਹੜਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਹੈ, ਉੱਥੇ ਗੁਰੂ ਨਾਨਕ ਸਾਹਿਬ ਅੱਜ ਦੇ ਦਿਨ 8 ਅੱਸੂ 22 ਸਤੰਬਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਸਨ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ। ਤੋ ਅੱਜ ਦੀ ਇਹ ਵੀਡੀਓ ਵਿੱਚ ਆਪਾਂ ਇਸ ਵਿਸ਼ੇ 'ਤੇ ਵਿਚਾਰ ਕਰਨੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਕਈ ਤਰ੍ਹਾਂ ਦੇ ਸਾਡੇ ਸਿੱਖ ਜਗਤ ਵਿੱਚ ਭਰਮ ਭੁਲੇਖੇ ਨੇ, ਜਿਹੜੇ ਕਿਤੇ ਨਾ ਕਿਤੇ ਅਸੀਂ ਉੱਦਾਂ ਹੀ ਕਿਤੇ ਨਾ ਕਿਤੇ ਅਸੀਂ ਭਰਮਾਂ ਦੇ ਸ਼ਿਕਾਰ ਹੋ ਕੇ ਉੱਦਾਂ ਹੀ ਅਸੀਂ ਸੁਣਾਈ ਜਾ ਰਹੇ ਹਾਂ। ਜਿਵੇਂ ਆਮ ਹੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਤਾਂ ਬੜਾ ਵੱਡਾ ਇੱਕ ਰੌਲਾ ਪੈ ਗਿਆ ਮੁਸਲਮਾਨ ਅਤੇ ਹਿੰਦੂ ਵੀਰਾਂ ਦੇ ਵਿੱਚ। ਰੌਲਾ ਇਹ ਪਿਆ, ਉਹ ਕਹਿੰਦੇ ਸਾਡਾ ਹੈ, ਉਹ ਕਹਿੰਦੇ ਸਾਡਾ ਹੈ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦੇਹ ਦੀ ਗੱਲ ਆਈ ਤਾਂ ਉੱਪਰ ਚਾਦਰ ਪਾਈ ਗਈ, ਤਾਂ ਜਦੋਂ ਵੇਖਿਆ ਚਾਦਰ ਲਾ ਕੇ ਤੇ ਥੱਲੇੋਂ ਗੁਰੂ ਨਾਨਕ ਸਾਹਿਬ ਜੀ ਦੀ ਦੇਹ ਜਿਹੜੀ ਅਲੋਪ ਹੋ ਗਈ, ਤੇ ਥੱਲੇ ਇੱਕ ਫੁੱਲ ਰਹਿ ਗਿਆ। ਉਹ ਅੱਧੀ ਚਾਦਰ ਦੋਨਾਂ ਨੇ ਪਾੜ ਲਈ, ਯਾਨੀ ਕਿ ਅੱਧੀ ਹਿੰਦੂ ਵੀਰਾਂ ਦੇ ਹੱਥ ਆ ਗਈ, ਅੱਧੀ ਮੁਸਲਮਾਨ ਭਰਾਵਾਂ ਦੇ ਹੱਥ ਆ ਗਈ। ਯਾਨੀ ਕਿ ਇੰਜ ਪੇਸ਼ ਕੀਤਾ ਗਿਆ, ਕਿਉਂਕਿ ਇਤਿਹਾਸ ਗੈਰਾਂ ਲਿਖਿਆ। ਇਹ ਬੜੀ ਸਾਡੀ ਕੌਮ ਦੀ ਤਰਾਸਦੀ ਕਹਿ ਲਓ ਕਿ ਇਤਿਹਾਸ ਸਿਰਜਿਆ ਬਹੁਤ ਅਸੀਂ ਸਾਡੇ ਪੁਰਖਿਆਂ ਨੇ, ਪਰ ਲਿਖਣ ਵਿੱਚ ਕਿਤੇ ਨਾ ਕਿਤੇ ਕੁਤਾਹੀ ਰਹੀ। ਅੱਜ ਵੀ ਜਿਹੜੀ ਤੁਸੀਂ ਇੱਕ ਘਟਨਾ ਨੂੰ 5-7 ਰਾਈਟਰਾਂ ਦੀ ਤੁਸੀਂ ਜਦੋਂ ਲਿਖਤ ਪੜ੍ਹੋਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਫਰਕ ਨਜ਼ਰ ਆਏਗਾ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਵੀ ਇਹ ਬੜਾ ਵੱਡਾ ਇੱਕ ਭੁਲੇਖਾ ਸੀ ਜਿਹੜਾ ਪਾਇਆ ਜਾ ਰਿਹਾ। ਅੱਜ ਵੀ ਇੱਦਾਂ ਹੀ ਸਟੇਜਾਂ 'ਤੇ ਸੁਣਾਇਆ ਜਾ ਰਿਹਾ ਕਿ ਮਹਾਰਾਜ ਜਦੋਂ ਜੋਤੀ ਜੋਤ ਸਮਾਏ ਨੇ ਤੇ ਉਹ ਰੌਲਾ ਪੈ ਗਿਆ ਜੀ, ਇਹ ਸਾਡਾ ਪੀਰ ਹੈ, ਉਹ ਕਹਿੰਦੇ ਜੀ ਸਾਡਾ
ਤੋਂ ਰੌਲਾ ਪੈ ਗਿਆ। ਤੋ ਇਸ ਰੌਲੇ ਦੇ ਵਿੱਚ ਕਹਿੰਦੇ ਫਿਰ ਉਹ ਜਦੋਂ ਉਹਨਾਂ ਦੀ ਦੇਹ ਉੱਤੇ ਚਾਦਰ ਪਾਈ ਗਈ। ਵੇਖੋ ਪਹਿਲੀ ਗੱਲ ਤਾਂ ਇਹ ਸਮਝਣਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸੰਸਾਰ 'ਤੇ ਆਉਂਦੇ ਨੇ, ਬਕਾਇਦਾ ਉਹਨਾਂ ਨੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਜਨਮ ਲਿਆ ਹੈ। ਜਿੱਦਾਂ ਸਮਾਜ ਵਿੱਚ ਬਾਕੀ ਬੱਚੇ ਪਲਦੇ ਨੇ, ਗੁਰੂ ਨਾਨਕ ਸਾਹਿਬ ਰੌਸ਼ਨ ਦਿਮਾਗ ਨੇ, ਬਚਪਨ ਤੋਂ ਉਹਨਾਂ ਦੀ ਜਿਹੜੀ ਚੇਤਨਤਾ, ਜਿਹੜੀ ਸੋਚ ਬੜੀ ਨਿਰਾਲੀ ਹੈ, ਜਿਹੜੀ ਵਿਚਾਰ ਦੇਣ ਆਏ ਸੀ ਗੁਰੂ ਨਾਨਕ ਸਾਹਿਬ ਜਗਤ ਨੂੰ। ਪਰ ਕਿਤੇ ਨਾ ਕਿਤੇ ਭਾਵੇਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਅਤੇ ਗੁਰੂ ਨਾਨਕ ਸਾਹਿਬ ਹੈ, ਦੋਨਾਂ ਸ਼ਖਸੀਅਤਾਂ ਨਾਲ ਇੱਦਾਂ ਦੀ ਗੱਲ ਜੋੜੀ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਣ ਘੋੜੇ ਉਹ ਭੇਜ ਰਹੇ ਨੇ ਸਾਖੀਕਾਰ, ਅਤੇ ਅੱਜ ਸਾਡੇ ਸੰਪਰਦਾਇ ਵੀਰ ਇੱਦਾਂ ਹੀ ਸੁਣਾਉਂਦੇ ਨੇ ਵੀ ਜੇ ਬਾਕੀ ਤਾਂ ਪਹਿਲੀ ਗੱਲ ਤਾਂ ਜਾਣਾ ਕਿੱਥੇ ਸਣ ਘੋੜੇ, ਸਵਾਲ ਇਹ ਪੈਦਾ ਹੁੰਦਾ ਹੈ। ਜਦੋਂ ਗੁਰੂ ਸਾਹਿਬ ਸਰੀਰਕ ਤੌਰ 'ਤੇ ਜਿਵੇਂ ਆਮ ਬੱਚਾ ਮਾਤਾ ਦੇ ਗਰਭ 'ਚ ਰਹਿੰਦਾ, ਉੱਦਾਂ ਹੀ ਗੁਰੂ ਸਾਹਿਬ ਸਮਾਜ ਵਿੱਚ ਰਹੇ ਨੇ, ਉੱਦਾਂ ਹੀ ਉਹਨਾਂ ਨੇ ਦੁੱਧ ਪੀਤਾ ਹੈ, ਉੱਦਾਂ ਹੀ ਉਹਨਾਂ ਨੇ ਬਾਲ ਖੇਡਾਂ ਕੀਤੀਆਂ। ਹਾਂ, ਵੱਖਰਾਪਨ ਇਹ ਸੀ ਵੀ ਉਹ ਰੌਸ਼ਨ ਦਿਮਾਗ ਸੀ, ਉਹਨਾਂ ਦੀ ਸੋਚ, ਉਹਨਾਂ ਦੀ ਰਹਿਣੀ, ਉਹਨਾਂ ਦੀ ਬਹਿਣੀ, ਉਹਨਾਂ ਦੇ ਸਵਾਲ ਕਰਨ ਦੇ ਤਰੀਕੇ, ਉਹਨਾਂ ਨੇ ਬਚਪਨ ਤੋਂ ਉਹਨੂੰ ਉਸ ਵਿਚਾਰਧਾਰਾ ਨੂੰ ਰੱਦ ਕੀਤਾ ਜਿਹੜੀ ਵਿਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਗਲ ਪਾਉਣਾ ਚਾਹੁੰਦਾ ਸੀ। ਉਸ ਵਿਚਾਰਧਾਰਾ ਨੂੰ ਗੁਰੂਦੇਵ ਜੀ ਨੇ ਰੱਦ ਕਰਕੇ ਇੱਕ ਨਵੀਂ ਵਿਚਾਰਧਾਰਾ ਸਮਾਜ ਨੂੰ ਦਿੱਤੀ ਕਿ ਆਓ ਭਾਈ, ਮੈਂ ਦੱਸਣਾ ਚਾਹੁੰਦਾ ਕਿ ਮੈਂ ਇਨਸਾਨੀਅਤ ਦਾ ਧਰਮ ਲੈ ਕੇ ਆਇਆ ਹਾਂ, ਕਿ ਸਗਲ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹੁਣ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਜੋਤੀ ਜੋ ਸਮਾਏ ਅਤੇ ਉਹਨਾਂ ਦੀ ਦੇਹ 'ਤੇ ਚਾਦਰ ਪਾਈ ਗਈ, ਸਵਾਲ ਇਹ ਪੈਦਾ ਹੁੰਦਾ ਕਿ ਮੁਸਲਮਾਨ ਭਰਾ ਕਹਿੰਦੇ ਸਾਡਾ ਹੈ, ਹਿੰਦੂ ਵੀਰ ਕਹਿੰਦੇ ਸਾਡਾ ਹੈ। ਚਲੋ ਮੈਂ ਨਹੀਂ ਕਹਿੰਦਾ, ਗੁਰੂ ਨਾਨਕ ਸਾਹਿਬ ਦੇ ਸਾਰਿਆਂ ਦੇ ਨੇ, ਆਪਾਂ ਇਹ ਨਹੀਂ ਕਹਾਂਗੇ ਕਿ ਸਿਰਫ ਦੋ ਫਿਰਕਿਆਂ ਦੇ ਕਹਿ ਸਕਦੇ ਹਾਂ। ਗੱਲ ਇਹ ਹੈ ਵੀ ਇੱਕ ਸਧਾਰਨ ਤੋਂ ਸਧਾਰਨ ਕੋਈ ਬਾਬਾ ਵੀ ਕਿਸੇ ਸੰਪਰਦਾ ਦਾ, ਕਿਸੇ ਡੇਰੇ ਨਾਲ ਸੰਬੰਧ ਰੱਖਣ ਵਾਲਾ, ਕਿਸੇ ਇਲਾਕੇ ਦਾ ਪੂਰਾ ਹੁੰਦਾ ਹੈ, ਉੱਥੇ ਵੀ ਹਜ਼ਾਰਾਂ ਦਾ ਇਕੱਠ ਹੋ ਜਾਂਦਾ ਹੈ। ਕਿ ਐਡੀ ਵੱਡੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ, ਸੋਚ ਕੇ ਵੇਖੋ ਜਦੋਂ ਉਹ ਜੋਤੀ ਜੋ ਸਮਾਏ ਹੋਣਗੇ, ਉਦੋਂ ਬਾਬਾ ਲਹਿਣਾ ਜੀ ਜੋ ਗੁਰੂ ਅੰਗਦ ਸਾਹਿਬ ਬਣ ਚੁੱਕੇ ਆ, ਉਹ ਕਿੱਥੇ ਹੋਣਗੇ? ਕਿ ਜਦੋਂ ਕੋਈ ਸੰਪਰਦਾ ਦਾ ਮੁਖੀ ਸਰੀਰਕ ਤੌਰ 'ਤੇ ਅਕਾਲ ਚਲਾਣਾ ਕਰਦਾ ਹੈ, ਕਿ ਉੱਥੇ ਉਹਨੂੰ ਮੰਨਣ ਵਾਲੇ ਉਹਦੇ ਪੈਰੋਕਾਰ ਨਹੀਂ ਹੁੰਦੇ, ਕਿ ਉਹਦੀ ਉਸ ਵਕਤ ਉਹਦੇ ਨਾਲ ਪਿਆਰ ਕਰਨ ਵਾਲੇ ਉੱਥੇ ਨਹੀਂ। ਬਾਬਾ ਬੁੱਢਾ ਜੀ ਕਿਸੇ ਹੋਣਗੇ? ਬਾਬਾ ਬੁੱਢਾ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਸੰਗਤ ਦਾ ਆਨੰਦ ਮਾਣਿਆ। ਸਤਿਕਾਰਯੋਗ ਬਾਬਾ ਬੁੱਢਾ ਜੀ ਦੀ ਗੱਲ ਕਰੀਏ, ਗੁਰੂ ਅੰਗਦ ਸਾਹਿਬ ਜੀ ਦੀ ਗੱਲ ਕਰੀਏ, ਬਾਕੀ ਅਨੇਕਾਂ ਸਿੱਖਾਂ ਦੀ ਗੱਲ ਕਰੀਏ, ਇੱਕ ਬੰਨੇ ਅਸੀਂ ਕਹਿੰਦੇ ਹਜ਼ਾਰਾਂ ਲੱਖਾਂ ਕਰੋੜਾਂ ਸਿੱਖਾਂ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਸੁਨੇਹਾ ਪਹੁੰਚਾਤਾ, ਅਤੇ ਸੁਣਾਉਣ ਵਕਤ ਇਹ ਕਹਿੰਦੇ ਆ ਕਿ ਉੱਥੇ ਰੌਲਾ ਪੈ ਗਿਆ ਜੀ ਸਾਡਾ ਹੈ ਸਾਡਾ ਹੈ। ਮਤਲਬ ਇਹ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਕੀਤੀ ਹੋਈ ਜਿਹੜੀ ਮਿਹਨਤ ਉਹਨਾਂ ਨੇ ਲਗਾਤਾਰ ਇੰਨਿਆਂ ਸਾਲਾਂ ਤੋਂ ਕੀਤੀ ਸੀ, ਜੋ 15 ਅਪ੍ਰੈਲ 1469 ਤੋਂ ਲੈ ਕੇ 1539 ਈਸਵੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ 8 ਅੱਸੂ 22 ਸਤੰਬਰ ਨੂੰ ਜੋਤੀ ਜੋ ਸਮਾਉਂਦੇ ਨੇ। ਅਤੇ ਇੰਨਿਆਂ ਸਾਲਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਵਿਚਾਰਧਾਰਾ ਫੈਲਾਈ ਕਿ ਉਹਨਾਂ ਨੂੰ ਮੰਨਣ ਵਾਲੇ ਉੱਥੇ ਪੈਰੋਕਾਰ ਕਿੱਥੇ ਹੋਣਗੇ ਭਲਾ। ਤੋ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹੋ ਜਿਹੇ ਗੁੰਮਰਾਹਕੁਨ ਪ੍ਰਚਾਰ ਤੋਂ ਅਸੀਂ ਬਚਣਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਦੇਹ ਦਾ ਬਕਾਇਦਾ ਸੰਸਕਾਰ ਕੀਤਾ ਗਿਆ ਹੈ। ਇਹਨਾਂ ਭੁਲੇਖਿਆਂ ਚੋਂ ਕੱਢਣ ਵਾਸਤੇ ਮੇਰੇ ਖਿਆਲ 'ਚ ਹੈ ਹਰ ਇੱਕ ਬੁਲਾਰੇ ਨੂੰ ਆਪਣੀ ਸਟੇਟਮੈਂਟ ਵਿਚਾਰਧਾਰਾ ਸੰਗਤਾਂ ਸਾਹਮਣੇ ਰੱਖਣੀ ਚਾਹੀਦੀ ਹੈ, ਤਾਂ ਕਿ ਆਮ ਸਾਡੇ ਵੀਰ ਭੈਣ ਭਲਾ ਭੁਲੇਖਿਆਂ ਦਾ ਸ਼ਿਕਾਰ ਨਾ ਹੋਣ। ਕਿਉਂਕਿ ਇਹ ਮੈਂ ਤਾਂ ਅੱਜ ਗੱਲ ਕੀਤੀ, ਇੱਕ ਤਾਂ ਅੱਜ ਹੈ ਜੋਤੀ ਜੋ ਸਮਾਉਣ ਦਾ ਦਿਵਸ ਹੈ, ਆਮ ਸਵਾਲ ਵੀ ਕੀਤਾ ਜਾਂਦਾ ਹੈ ਜਦੋਂ ਕਿਤੇ ਕਥਾ ਵਿਚਾਰ ਵਾਸਤੇ। ਕਈ ਸਾਡੇ ਬੁਲਾਰੇ ਵੀ ਜਿਹੜੇ ਅਕਸਰ ਗੱਲ ਕਰਦੇ ਆ, ਉਹਨਾਂ ਨੂੰ ਵੀ ਕਰਦੇ ਹੋਣਗੇ ਸੰਗਤ ਵਿੱਚੋਂ ਸਵਾਲ ਕਿ ਗੁਰੂ ਨਾਨਕ ਸਾਹਿਬ ਜੀ ਦੀ ਦੇਹ ਨਾਲ ਕੀ ਹੋਇਆ ਜੀ, ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਣ ਘੋੜੇ ਚਲੇ ਗਏ? ਨਹੀਂ, ਬਕਾਇਦਾ ਉਹਨਾਂ ਦਾ ਜਿਵੇਂ ਆਮ ਸਰੀਰ ਦਾ ਸੰਸਕਾਰ ਕੀਤਾ ਜਾਂਦਾ। ਹਾਂ, ਵੱਖਰੀ ਗੱਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸਰੀਰਕ ਤੌਰ 'ਤੇ ਭਾਵੇਂ ਉਹ 15 ਅਪ੍ਰੈਲ ਜਦੋਂ ਅਸੀਂ ਗੱਲ ਕਰਦੇ ਹਾਂ 1469 ਦੇ ਵਿੱਚ ਉਹ ਸਰੀਰਕ ਤੌਰ 'ਤੇ ਇਸ ਦੁਨੀਆ 'ਤੇ ਇਸ ਫਾਨੀ ਦੁਨੀਆ ਵਿੱਚ ਆਉਂਦੇ ਨੇ, ਪਰ ਜਿਹੜੀ ਵਿਚਾਰਧਾਰਾ ਦਿੱਤੀ ਹੈ ਅੱਜ ਵੀ ਅਸੀਂ 10 ਪਾਤਸ਼ਾਹਾਂ ਦੀ ਆਤਮਿਕ ਜੋਤ ਕਹਿੰਦੇ ਹਾਂ, ਉਹ ਸਰੀਰਕ ਤੌਰ 'ਤੇ 1539 ਈਸਵੀ ਦੇ ਵਿੱਚ ਚਲੇ ਗਏ ਆ, ਪਰ ਉਹਨਾਂ ਦੀ ਵਿਚਾਰਧਾਰਾ ਅੱਜ ਵੀ ਸਾਡੇ ਕੋਲ ਹੈ। ਤੋ ਜਿਹੜੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਹੀ ਸੀ ਨੇ ਬਾ ਕਮਾਲ ਸੀ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਮੇਰੇ ਵਰਗੇ ਮੂਰਖ ਦੀ ਕੀ ਗੱਲ ਹੈ, ਕੋਟ ਅਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ। ਜਿਹਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸੁਣਿਆ, ਵੇਖਿਆ ਹੀ ਉਹਨੇ ਹੈ, ਸੇ ਫਿਰ ਗਰਭਾਸ ਨਾ ਭਰਿਆ ਰੇ, ਉਹ ਮਨ ਕਰਕੇ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਤੋ ਇਸ ਕਰਕੇ ਪਿਆਰਿਓ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜਿੰਨੇ ਵੀ ਸਰੋਤੇ ਤੁਸੀਂ ਸੁਣ ਰਹੇ ਜੇ ਜਾਂ ਆਪਣੇ ਘਰਾਂ ਵਿੱਚ ਜਾਂ ਜਿੱਥੇ ਵੀ ਤੁਸੀਂ ਦੇਸ਼ ਵਿਦੇਸ਼ ਵਿੱਚ, ਇਸ ਗੱਲ ਦੇ ਉੱਤੇ ਪੱਕੇ ਹੋ ਜਾਓ। ਆਪਣੇ ਬੱਚਿਆਂ ਨੂੰ ਵੀ ਦੱਸੋ ਕਿ ਗੁਰੂ ਨਾਨਕ, ਕਿਉਂਕਿ ਵਿਦੇਸ਼ਾਂ ਵਿੱਚ ਜਿਹੜੇ ਪੈਦਾ ਹੋਏ ਬੱਚੇ ਆ ਜਾਂ ਇੱਥੇ ਜਿਹੜੇ ਅੱਜ ਕੱਲ੍ਹ ਬੱਚੇ ਪੜ੍ਹ ਲਿਖੇ, ਉਹ ਅਕਸਰ ਸਵਾਲ ਕਰਦੇ ਆ। ਤੋ ਜਦੋਂ ਸਵਾਲ ਕਰਦੇ ਆ ਮਾਪਿਆਂ ਕੋ, ਆਮ ਬੰਦੇ ਕੋਈ ਜਵਾਬ ਨਹੀਂ ਹੁੰਦਾ, ਤੂੰ ਕਹਿੰਦੇ ਫਿਰ ਇਹ ਅਸੀਂ ਕਿੱਦਾਂ ਮੰਨੀਏ ਜੇ ਇੱਦਾਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਵੀ ਇਹ ਗੱਲ ਜੋੜ ਦਿੱਤੀ ਗਈ ਕਿ ਉਹ ਸਣ ਘੋੜੇ ਹੀ ਜਿਹੜੇ ਸੀ ਉਹ ਸੱਚਖੰਡ ਪਹੁੰਚ ਗਏ। ਸਵਾਲ ਪੈਦਾ ਹੁੰਦਾ, ਸੱਚਖੰਡ ਹੈ ਕਿੱਥੇ ਆ? ਬਾਣੀ ਸੱਚਖੰਡ ਉਸ ਅਵਸਥਾ ਨੂੰ ਦੱਸਦੀ ਹੈ ਜਿੱਥੇ ਇੱਕ ਵੀ ਵਿਚਾਰ ਸਾਡੇ ਅੰਦਰ ਮਾੜਾ ਨਾ ਆਵੇ। ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਗੁਰੂ ਨਾਨਕ ਸਾਹਿਬ, ਇਹਨਾਂ ਦੋ ਮਹਾਨ ਸ਼ਖਸੀਅਤ ਜਿਹੜੇ ਗੁਰੂ ਪਾਤਸ਼ਾਹ ਦੇ ਨਾਲ ਇੱਦਾਂ ਦੀਆਂ ਘਟਨਾਵਾਂ ਜੋੜੀਆਂ ਹੋਈਆਂ, ਜਿਨ੍ਹਾਂ ਤੋਂ ਸਾਨੂੰ
ਜਿਹੜਾ ਵਾ ਉਹ ਗੁੰਮਰਾਹ ਕੁਨ ਪ੍ਰਚਾਰ ਤੋਂ ਬਚਣਾ ਚਾਹੀਦਾ ਤੇ ਬਿਲਕੁਲ ਵਿਸ਼ਵਾਸ ਰੱਖ ਕੇ ਸਾਨੂੰ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ, ਸਮਾਜ ਨੂੰ ਦੱਸਣਾ ਚਾਹੀਦਾ ਕਿ ਬਕਾਇਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਹਨਾਂ ਦੀ ਦੇਹ ਦਾ ਸੰਸਕਾਰ ਕੀਤਾ ਗਿਆ। ਆ ਜਿਹੜੇ ਭੁਲੇਖੇ ਪਾਏ ਗਏ ਜੀ, ਚਾਦਰ ਰੱਖ ਦਿੱਤੀ ਗਈ ਜੀ, ਉਹ ਦੇਹ ਥੱਲੇ ਅਲੋਪ ਹੋ ਗਈ ਜੀ, ਮਤਲਬ ਇਹ ਕਿੱਦਾਂ ਦੀਆਂ ਕਹਾਣੀਆਂ ਬਣਾ ਕੇ ਸਮਾਜ ਦੇ ਵਿੱਚ ਪੇਸ਼ ਕੀਤੀਆਂ ਜਾ ਰਹੀਆਂ। ਤੋ ਜੇ ਇੱਦਾਂ ਦਾ ਕੋਈ ਬੁਲਾਰਾ, ਕੋਈ ਬਾਬਾ ਰਾਗੀ ਸਾਖੀ ਸੁਣਾਵੇ ਵੀ, ਤੇ ਉਹਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰੋਤਿਆਂ ਨੂੰ ਕਿ ਬੜੇ ਪਿਆਰ ਨਾਲ ਪੁੱਛਿਆ ਕਰੋ ਤਾਂ ਕਿ ਉਹ ਅੱਗੇ ਤੋਂ ਆਪਣੇ ਪ੍ਰਚਾਰ ਦੇ ਵਿੱਚ ਸੋਧ ਕਰ ਸਕਣ ਤੇ ਸਾਨੂੰ ਇਹਨਾਂ ਗੱਲਾਂ ਤੇ ਪਹਿਰਾ ਦੇਣ ਦੀ ਲੋੜ ਹੈ। ਆਓ ਆਪਣੇ ਘਰਾਂ ਵਿੱਚ ਇਹ ਕਦੀ ਨਾ ਮੰਨੀਏ ਕਿ ਸਾਡੇ ਤੋਂ ਗੁਰੂ ਸਾਹਿਬ ਕਦੀ ਦੂਰ ਹੋਏ ਆ, ਉਹਦੇ ਹਮੇਸ਼ਾ ਸਾਡੇ ਅੰਗ ਸੰਗ ਆ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੂੰ ਹਮੇਸ਼ਾ ਹੀ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ, ਗੁਰੂ ਨਾਨਕ ਜਿਹਨੇ ਸੁਣਿਆ ਵੇਖਿਆ, ਗੁਰੂ ਨਾਨਕ ਜਿਸਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸੁਣਿਆ ਹੈ, ਵੇਖਿਆ ਹੀ ਉਹਨੇ ਆ। ਤੋ ਜਿਹਨੇ ਸੁਣਿਆ ਹੀ ਨਹੀਂ ਉਹਨੇ ਵੇਖਿਆ ਵੀ ਨਹੀਂ। ਤੋ ਆਓ ਇਸ ਕਰਕੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣੀਏ, ਉਹਨੂੰ ਮੰਨੀਏ, ਵਿਚਾਰੀਏ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਯਤਨ ਕਰੀਏ। ਤੋ ਅੱਜ ਦਾ ਦਿਨ 8 ਅੱਸੂ ਜਿਹੜਾ ਹੈ ਉਹ 2022 ਦੀ ਆਪਾਂ ਗੱਲ ਕਰਦੇ ਹਾਂ। ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਹੈ। ਆਓ ਆਪਣੇ ਘਰਾਂ ਵਿੱਚ ਗਿਆਨ ਦੇ ਦੀਵੇ ਬਾਲੀਏ, ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸਮਝੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਸਰੀਰਕ ਤੌਰ ਤੇ ਆਏ ਨੇ, ਪਰ ਕਮਾਲ ਦੀ ਗੱਲ ਅਸੀਂ ਆਏ ਵੀ ਹਾਂ ਤੇ ਚਲੇ ਵੀ ਜਾਣਾ, ਪਰ ਗੁਰੂ ਨਾਨਕ ਸਾਹਿਬ ਆਏ ਜ਼ਰੂਰ ਆ, ਪਰ ਉਹ ਗਏ ਨਹੀਂ ਆ। ਕਿਉਂ? ਕਿਉਂਕਿ ਉਹਦਾ ਕਾਰਨ ਆ ਉਹਨਾਂ ਦੀ ਵਿਚਾਰਧਾਰਾ, ਉਹਨਾਂ ਦਾ ਉਪਦੇਸ਼, ਉਹਨਾਂ ਦਾ ਸਿਧਾਂਤ ਅੱਜ ਵੀ ਅਸੀਂ ਗੁਰਬਾਣੀ ਵਿੱਚੋਂ ਪੜ੍ਹਦੇ ਤੇ ਸਮਝਦੇ ਤੇ ਵਿਚਾਰਦੇ ਹਾਂ। ਆਓ ਗੁਰੂ ਦੀ ਵਿਚਾਰਧਾਰਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਤੇ ਵਹਿਮਾਂ ਭਰਮਾਂ ਪਖੰਡਾਂ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।